ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ। ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੁਆਰਾ ਲਿਖੀ ਕਿਤਾਬ ਮਾਲਾ ਮਣ ਕੇ ਭਾਗ ਦੂਜਾ। ਪਿਆਰ ਹੋ ਜਾਣ ਦੀ ਸੂਰਤ ਵਿੱਚ ਹਰ ਕੋਈ ਝੂਠੇ ਸੱਚੇ ਬਹਾਨੇ ਲਾ ਕੇ ਸਾਹਮਣਾ ਹੋ ਜਾਣ ਦੀ ਆਸ ਨਾਲ ਮਹਿਬੂਬ ਦੀ ਗਲੀ ਦੀ ਕਈ ਵਾਰ ਪਰਿਕਰਮਾ ਕਰਦਾ ਹੈ। ਪਹਿਲਾਂ ਦੂਜਿਆਂ ਨੂੰ ਵੇਖ ਕੇ ਉਹਨਾਂ ਵਰਗੇ ਕੱਪੜੇ ਪਹਿਨੇ ਜਾਂਦੇ ਸਨ। ਹੁਣ ਦੂਜਿਆਂ ਦੇ ਕੱਪੜੇ ਵੇਖ ਕੇ ਫੈਸਲਾ ਕੀਤਾ ਜਾਂਦਾ ਹੈ ਕਿ ਇਹ ਅਤੇ ਇਹੋ ਜਿਹੇ ਕੱਪੜੇ ਬਿਲਕੁਲ ਨਹੀਂ ਪਹਿਨਣੇ। ਪ੍ਰੇਮਿਕਾ ਵੱਲੋਂ ਤਿਆਗਿਆ ਪ੍ਰੇਮੀ 1000 ਵਾਰ ਸੰਸਾਰ ਤੋਂ ਵਿਦਾ ਹੋਣ ਦਾ ਪ੍ਰਣ ਕਰਦਾ ਹੈ, ਪਰ ਪ੍ਰੇਮਿਕਾ ਨਾਲ ਇੱਕ ਵਾਰੀ ਹੋਰ ਮਿਲਣ ਦੀ ਆਸ ਵਿੱਚ ਆਪਣੀ ਵਿਦਾਇਗੀ ਨੂੰ ਟਾਲਦਾ ਰਹਿੰਦਾ ਹੈ। ਰਾਜਨੀਤੀ ਵਿੱਚ ਸਬੱਬ ਨਾਲ ਕੁਝ ਨਹੀਂ ਵਾਪਰਦਾ, ਸਬੱਬ ਵੀ ਬੜੀ ਸਾਵਧਾਨੀ ਨਾਲ ਵਿਉਂਤਣਾ ਪੈਂਦਾ ਹੈ। ਉੱਚੀ ਇਮਾਰਤ ਤੋਂ ਛਾਲ ਮਾਰੋਗੇ, ਤੁਹਾਡੀ ਛਾਲ ਮਗਰੋਂ ਸਭ ਕੁਝ ਕੁਦਰਤ ਦੇ ਨਿਯਮਾਂ ਅਨੁਸਾਰ ਵਾਪਰੇਗਾ। ਜਦੋਂ ਗਲਤੀ ਕਰੋਗੇ, ਜਿਨ੍ਹਾਂ ਨੇ ਕਦੇ ਤੁਹਾਡੇ ਵੱਲ ਧਿਆਨ ਨਹੀਂ ਦਿੱਤਾ ਉਹ ਵੀ ਪੂਰਾ ਧਿਆਨ ਦੇਣਗੇ। ਖਰਚਣ ਦਾ ਮਨੋਰੰਜਨ ਕਮਾਉਣ ਦੀ ਤਾਕਤ ਵਿੱਚੋਂ ਉਪਜਦਾ ਹੈ। ਕਮਾਉਣ ਵਿੱਚ ਅਕਲ ਵਰਤੀ ਜਾਂਦੀ ਹੈ, ਖਰਚਣ ਵਿੱਚ ਸੁਤੰਤਰਤਾ ਮਾਣੀ ਜਾਂਦੀ ਹੈ। ਇਸਤਰੀਆਂ ਵਿੱਚ ਲੜਨ ਦੀ ਨਹੀਂ, ਝਗੜਨ ਦੀ ਹੀ ਸ਼ਕਤੀ ਹੁੰਦੀ ਹੈ। ਜ਼ਰੂਰੀ ਨਹੀਂ ਕਿ ਜਿਸ ਕੋਲ ਡਿਗਰੀਆਂ ਹੋਣ ਉਹ ਸਿਆਣਾ ਵੀ ਹੋਵੇ, ਜ਼ਰੂਰੀ ਨਹੀਂ ਕਿ ਜਿਸ ਕੋਲ ਕਰੋੜਾਂ ਹੋਣ ਉਹ ਅਮੀਰ ਵੀ ਹੋਵੇ। ਉਧਾਰ ਦੇਵੋ, ਝਗੜਾ ਨਗਦ ਮਿਲੇਗਾ। ਉਧਾਰ ਜਿਤਨਾ ਪੁਰਾਣਾ ਹੋਵੇਗਾ, ਲੜਾਈ ਉਤਨੀ ਨਵੀਂ ਹੋਵੇਗੀ। ਜਦੋਂ ਇਸਤਰੀ ਜਾਇਦਾਦ ਦੀ ਮਾਲਕ ਹੋ ਜਾਵੇ, ਉਹ ਮਰਦ ਬਣ ਜਾਂਦੀ ਹੈ। ਮੈਨੂੰ ਭੁੱਖ ਲੱਗੀ ਹੈ, ਇਹ ਗੱਲ ਗਾ ਕੇ ਨਹੀਂ ਕਹੀ ਜਾ ਸਕਦੀ। ਮੁਕੱਦਮਾ ਭਾਵੇਂ ਕਿਸਾਨ ਹੀ ਕਰੇ, ਜਿੱਤਦਾ ਜਾਗੀਰਦਾਰ ਹੀ ਹੈ। ਸੋਹਣੀਆਂ ਇਸਤਰੀਆਂ ਦੀ ਕਿਸਮਤ ਖਰਾਬ ਹੀ ਹੁੰਦੀ ਹੈ, ਕਿਉਂਕਿ ਸਿਆਣੇ ਮਰਦ ਸੋਹਣੇ ਨਹੀਂ ਹੁੰਦੇ। ਨਾਨਕ ਆਪਣੇ ਵਿਚਾਰਾਂ ਦੀ ਡੂੰਘਾਈ ਅਤੇ ਗੋਬਿੰਦ ਸਿੰਘ ਆਪਣੇ ਇਰਾਦਿਆਂ ਦੀ ਉਚਾਈ ਕਰਕੇ ਜਾਣੇ ਜਾਂਦੇ ਹਨ। ਲੋੜ ਦੋਹਾਂ ਨੂੰ ਜਾਣਨ ਦੀ ਹੈ। ਭਰਾਵਾਂ ਦੀਆਂ ਜੇਬਾਂ ਆਪਸ ਵਿੱਚ ਭੈਣਾਂ ਨਹੀਂ ਲੱਗਦੀਆਂ। ਖੁਸ਼ੀਆਂ ਵਾਲੇ ਘਰ ਵਿੱਚ ਬੈਂਗਣ ਦੇ ਬੂਟੇ ਨੂੰ ਵੀ ਅਨਾਰ ਲੱਗਦੇ ਹਨ। ਜੇ ਕਿਸੇ ਦੇ ਭੋਗ ਤੇ ਸ਼ਰਧਾਂਜਲੀ ਦੇਣ ਲਈ ਵਿਅੰਗਾਤਮਕ ਸ਼ੈਲੀ ਵਰਤੋਂਗੇ ਤਾਂ ਅਗਲੇ ਐਤਵਾਰ ਤੁਹਾਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੋਵੇਗੀ। ਗਿਆਨ, ਸ਼ਕਤੀ ਅਤੇ ਦੌਲਤ ਦੇਵੀ ਦੇਵਤਿਆਂ ਦੇ ਨਾਂ ਹਨ। ਸਰਸਵਤੀ, ਸ਼ਿਵ ਅਤੇ ਲਕਸ਼ਮੀ ਦੀ ਪੂਜਾ ਇਸੇ ਕਾਰਨ ਕੀਤੀ ਜਾਂਦੀ ਹੈ। ਮੁਨੀ ਮਨਨ ਹੀ ਕਰਦਾ ਹੈ, ਰਿਸ਼ੀ ਕੁਝ ਰਚਦਾ ਵੀ ਹੈ। ਜੇ ਵਿਛੜਨ ਦਾ ਡਰ ਨਾ ਹੋਵੇ ਤਾਂ ਮਿਲਣ ਦਾ ਆਨੰਦ ਨਹੀਂ ਆਵੇਗਾ। ਕਈ ਵਾਰੀ ਦੂਰੀ ਮੁੱਕ ਜਾਂਦੀ ਹੈ, ਪਰ ਫਾਸਲਾ ਬਣਿਆ ਰਹਿੰਦਾ ਹੈ। ਮਰਨੇ ਦੇ ਅਜੋਕੇ ਭੋਗ ਵਿਦਿਆ ਹੋਣ ਵਾਲੇ ਦੀ ਯਾਦ ਵਿੱਚ ਵਿਦਾਇਗੀ ਸਮਾਗਮ ਬਣਦੇ ਜਾ ਰਹੇ ਹਨ। ਮਰਨੇ ਦੇ ਅਜੋਕੇ ਭੋਗ ਵਿਦਾ ਹੋਣ ਵਾਲੇ ਦੀ ਯਾਦ ਵਿੱਚ ਵਿਦਾਇਗੀ ਸਮਾਗਮ ਬਣਦੇ ਜਾ ਰਹੇ ਹਨ। ਸਭ ਪੱਖੋਂ ਮਜਬੂਰ ਵਿਅਕਤੀ ਜਾਂ ਗੁੱਸਾ ਕਰੇਗਾ ਜਾਂ ਰੋਵੇਗਾ। ਪੁਰਸ਼ ਗੁੱਸਾ ਕਰਦਾ ਹੈ, ਇਸਤਰੀ ਰੋਂਦੀ ਹੈ। ਕਿਸੇ ਦੀ ਕੀਤੀ ਗੁਪਤ ਮਦਦ ਦਾ ਆਨੰਦ ਮਾਣ ਕੇ ਵੇਖੋ। ਕੋਈ ਵੀ ਸਿਧਾਂਤ ਸੰਪੂਰਨ ਨਹੀਂ ਹੁੰਦਾ ਅਤੇ ਸਾਰਾ ਸਹੀ ਨਹੀਂ ਹੁੰਦਾ। ਜਿੱਥੋਂ ਕੋਈ ਸਿਧਾਂਤ ਕਮਜ਼ੋਰ ਹੁੰਦਾ ਹੈ, ਉੱਥੋਂ ਵਿਰੋਧ ਆਰੰਭ ਹੁੰਦਾ ਹੈ ਅਤੇ ਹੌਲੀ-ਹੌਲੀ ਸਮੁੱਚੇ ਸਿਧਾਂਤ ਦਾ ਵਿਰੋਧ ਹੋਣ ਲੱਗ ਪੈਂਦਾ ਹੈ। ਪ੍ਰੋਫੈਸਰ ਲਗਭਗ 45 ਸਾਲ ਦੀ ਉਮਰ ਤੱਕ ਪੁਰਾਣੇ ਗਿਆਨ ਨੂੰ ਵੰਗਾਰਦਾ ਹੈ। 50 ਤੇ ਹੋਰ ਉਸਦੇ ਗਿਆਨ ਨੂੰ ਵੰਗਾਰਨ ਲੱਗ ਪੈਂਦੇ ਹਨ। ਮੇਰੇ ਕੋਲ ਬੜਾ ਕੰਮ ਹੈ। ਕੀ ਤੁਹਾਨੂੰ ਆਪਣਾ ਕੰਮ ਚੰਗਾ ਲੱਗਦਾ ਹੈ? ਨਹੀਂ ਤਾਂ ਹੀ ਤੁਹਾਡੇ ਕੋਲ ਬੜਾ ਕੰਮ ਹੈ।
ਗਲਤ ਸਮੇਂ ਤੇ ਤੁਸੀਂ ਭਾਵੇਂ ਭਲਾ ਹੀ ਕਰੋ, ਅਪਮਾਨ ਹੋਵੇਗਾ। ਕਵਿਤਾ ਸਦਾ ਜਗਦੇ ਨਹੀਂ ਰਹਿਣੇ, ਜ਼ਿੰਦਗੀ ਦੇ ਦੀਵੇ। ਵਾਰਤਕ, ਜ਼ਿੰਦਗੀ ਦੇ ਦੀਵੇ ਸਦਾ ਲਈ ਨਹੀਂ ਜਗਦੇ। ਹੈਰਾਨ ਹੋਣਾ ਸਿੱਖੋ, ਪ੍ਰਸੰਨ ਹੋਣਾ ਆ ਜਾਵੇਗਾ। ਕੁਝ ਡੇਰਿਆਂ ਦੇ ਦੂਰ ਅੰਦੇਸ਼ ਅਨਪੜ੍ਹ ਸੰਤ ਸਕੂਲ ਕਾਲਜ ਖੋਲ੍ਹ ਕੇ ਆਪਣੀ ਅਨਪੜ੍ਹਤਾ ਤੋਂ ਛੁਟਕਾਰਾ ਪਾ ਰਹੇ ਹਨ। ਨਲਾਇਕ ਹੋਏ ਬਿਨਾਂ ਝਗੜਾ ਨਹੀਂ ਕੀਤਾ ਜਾ ਸਕਦਾ ਅਤੇ ਸਿਆਣੇ ਹੋਏ ਬਿਨਾਂ ਸਮਝੌਤਾ ਸੰਭਵ ਨਹੀਂ ਹੁੰਦਾ। ਜਿਉਂ-ਜਿਉਂ ਕਿਸੇ ਸਮੱਸਿਆ ਬਾਰੇ ਵਧੇਰੇ ਸੋਚੋਗੇ, ਉਹ ਵਧੇਰੇ ਗੁੰਝਲਦਾਰ ਬਣਦੀ ਜਾਵੇਗੀ। ਸਮੱਸਿਆ ਦੇ ਗੁੰਝਲਦਾਰ ਬਣਨ ਤੋਂ ਪਹਿਲਾਂ ਉਸ ਨੂੰ ਹੱਲ ਕਰੋ। ਹਰੇਕ ਲੇਖਕ ਨੂੰ ਪਹਿਲੀ ਪੁਸਤਕ ਛਪਵਾਉਣ ਦਾ ਬੜਾ ਚਾਅ ਹੁੰਦਾ ਹੈ। ਕਈ ਵਾਰੀ ਫੈਸਲਾ ਹੋ ਜਾਂਦਾ ਹੈ, ਪਰ ਝਗੜਾ ਚੱਲਦਾ ਰਹਿੰਦਾ ਹੈ। ਝਗੜੇ ਫੈਸਲੇ ਨਾਲ ਨਹੀਂ, ਸਮਝੌਤੇ ਨਾਲ ਨਿਬੜਦੇ ਹਨ। ਪੂਰੀ ਮੁਸਕਰਾਹਟ ਨਾਲੋਂ ਅੱਧੀ ਮੁਸਕਰਾਹਟ ਵਧੇਰੇ ਭੇਤ ਭਰੀ ਹੁੰਦੀ ਹੈ। ਮੋਨਾਲੀਜ਼ਾ ਦੇ ਚਿਹਰੇ ਤੇ ਮੁਸਕਰਾਹਟ ਭੇਤ ਭਰੀ ਹੈ। ਕੀਮਤ ਉਸ ਦੀ ਮੁਸਕਰਾਹਟ ਦੇ ਭੇਤ ਦੀ ਹੈ। ਕਈ ਵਾਰੀ ਸਾਨੂੰ ਕੇਵਲ ਕੁਝ ਮਜ਼ਬੂਤ ਧੱਕਿਆਂ ਦੀ ਲੋੜ ਹੁੰਦੀ ਹੈ। ਆਰੰਭ ਦੇ ਅਰਥ ਹਮੇਸ਼ਾ ਅੰਤ ਦੇ ਸੰਦਰਭ ਵਿੱਚ ਹੁੰਦੇ ਹਨ। ਰਾਮਾਇਣ ਵਿੱਚ 3 ਕਥਾਵਾਂ ਨਾਲ-ਨਾਲ ਚੱਲਦੀਆਂ ਹਨ: ਰਾਮ ਦੀ ਕਥਾ, ਰਾਵਣ ਦੀ ਕਥਾ ਅਤੇ ਹਨੂਮਾਨ ਦੀ ਕਥਾ। ਇਹ ਤਿੰਨੇ ਕਥਾਵਾਂ ਵੱਖਰੇ ਸੱਭਿਆਚਾਰਾਂ ਦੀਆਂ ਪ੍ਰਤੀਨਿਧ ਹਨ। ਪਲਕਾਂ ਸਹਿਜੇ ਬੰਦ ਹੋ ਜਾਂਦੀਆਂ ਹਨ, ਸਿਮਰਨ ਸਮੇਂ, ਸੰਭੋਗ ਸਮੇਂ, ਰੋਗ ਸਮੇਂ। ਅਧਿਆਪਕਾਂ ਦੇ ਮਹੱਤਵ ਦਾ ਆਧਾਰ ਪ੍ਰੀਖਿਆ ਪ੍ਰਣਾਲੀ ਹੈ। ਅਧਿਆਪਨ ਅਤੇ ਮੁਲਾਂਕਣ ਦੀਆਂ ਨਵੀਆਂ ਤਕਨੀਕਾਂ ਨਾਲ ਅਧਿਆਪਕਾਂ ਦਾ ਪ੍ਰਭਾਵ ਅਤੇ ਮਹੱਤਵ ਘਟ ਰਿਹਾ ਹੈ। ਭਾਰਤ ਵਿੱਚ ਰਾਮਲੀਲਾ ਵੇਖਣ ਦੀ ਪਰੰਪਰਾ ਬੜੀ ਪੁਰਾਣੀ ਹੈ। ਇਸ ਪਰੰਪਰਾ ਕਾਰਨ ਹੀ ਭਾਰਤ ਨੇ ਟੈਲੀਵਿਜ਼ਨ ਨੂੰ ਬੜੀ ਜਲਦੀ ਅਪਣਾ ਲਿਆ ਹੈ। ਬਜ਼ੁਰਗਾਂ ਦੇ ਬਿਰਧ ਆਸ਼ਰਮਾਂ ਵਿੱਚ ਰਹਿਣ ਲਈ ਜ਼ਿੰਮੇਵਾਰ ਪੁੱਤਰਾਂ ਨੂੰ ਦੱਸਿਆ ਜਾਂਦਾ ਹੈ, ਪਰ ਇਸ ਲਈ ਜ਼ਿੰਮੇਵਾਰ ਅਕਸਰ ਕਿਸੇ ਦੀ ਧੀ ਹੁੰਦੀ ਹੈ। ਦੌੜ ਰਹੀ ਇਸਤਰੀ ਜ਼ਰੂਰ ਡਿੱਗਦੀ ਹੈ। ਦਿੱਲੀ ਵਿੱਚ ਸਫਲ ਵਿਅਕਤੀ ਵਿਗਿਆਨ ਭਵਨ ਜਾਂਦੇ ਹਨ, ਅਸਫਲ ਲੋਕ ਜੰਤਰ ਮੰਤਰ ਤੇ ਧਰਨਾ ਮਾਰਦੇ ਹਨ। ਜਦੋਂ ਕੋਈ ਵੱਡੀ ਘਟਨਾ ਜਾਂ ਤਬਦੀਲੀ ਵਾਪਰਦੀ ਹੈ ਤਾਂ ਮਨੁੱਖ ਦਾ ਖਾਣਾ ਪੀਣਾ ਅਤੇ ਸੌਣਾ ਜਾਗਣਾ ਪ੍ਰਭਾਵਿਤ ਹੁੰਦਾ ਹੈ। ਵਿਕਾਸ ਕਿਸੇ ਪ੍ਰਕਾਰ ਦਾ ਹੋਵੇ, ਉਸ ਵਾਸਤੇ ਸੋਚਣ ਦੀ ਸੁਤੰਤਰਤਾ, ਕਰਨ ਦੀ ਆਜ਼ਾਦੀ ਅਤੇ ਗਲਤੀਆਂ ਕਰਨ ਦੀ ਖੁੱਲ੍ਹ ਜ਼ਰੂਰੀ ਹੁੰਦੀ ਹੈ। ਆਪਣੀ ਗਲਤੀ ਦੀ ਝੱਟ ਮੁਆਫ਼ੀ ਮੰਗਣ ਵਾਲਾ ਬੜਾ ਬਹਾਦਰ ਹੁੰਦਾ ਹੈ। ਜਿਹੜਾ ਝਟਪਟ ਮੁਆਫ਼ ਕਰ ਦਿੰਦਾ ਹੈ ਉਹ ਬੜਾ ਸ਼ਕਤੀਸ਼ਾਲੀ ਹੁੰਦਾ ਹੈ। ਜਿਹੜਾ ਕਿਸੇ ਦੀ ਗਲਤੀ ਝੱਟ ਭੁਲਾ ਦਿੰਦਾ ਹੈ ਉਹ ਬੜਾ ਪ੍ਰਸੰਨ ਰਹਿੰਦਾ ਹੈ। ਸਾਡੇ ਕੋਲ ਅਨੇਕਾਂ ਚੀਜ਼ਾਂ ਹੁੰਦੀਆਂ ਹਨ ਜਿਨ੍ਹਾਂ ਬਾਰੇ ਅਸੀਂ ਗੋਲਦੇ ਹੀ ਨਹੀਂ, ਪਰ ਲੋਕ ਉਹਨਾਂ ਲਈ ਅਰਦਾਸਾਂ ਕਰਦੇ ਹਨ। ਜੇ ਨੁਕਸਾਨ ਤੋਂ ਢੁਕਵਾਂ ਸਬਕ ਸਿੱਖ ਲਿਆ ਜਾਵੇ ਤਾਂ ਨੁਕਸਾਨ ਵੀ ਬੜਾ ਲਾਭਦਾਇਕ ਸਿੱਧ ਹੁੰਦਾ ਹੈ। ਚਿਹਰੇ ਤੇ ਉਤਸ਼ਾਹ ਦੇ ਭਾਵ ਸਾਰੇ ਪੜ੍ਹ ਵੇਖ ਲੈਣਗੇ, ਦਿਲ ਦੀ ਉਦਾਸੀ ਕੋਈ ਇੱਕ ਹੀ ਵੇਖੇਗਾ, ਕਿਉਂਕਿ ਇਹ ਕਿਸੇ ਇੱਕ ਦੇ ਕਾਰਨ ਹੁੰਦੀ ਹੈ। ਕੰਮ ਕਰਨ ਦੇ ਜਿਸ ਢੰਗ ਨੂੰ ਅਸੀਂ ਲੰਮੇ ਅਰਸੇ ਤੋਂ ਵਰਤਦੇ ਰਹੇ ਹੁੰਦੇ ਹਾਂ, ਉਸ ਦੇ ਅਚਾਨਕ ਗਲਤ ਸਿੱਧ ਹੋਣ ਦੀ ਸਮਝ ਦਾ ਆਉਣਾ ਸਿਆਣਪ ਹੁੰਦੀ ਹੈ। ਅਨੇਕਾਂ ਸਮੱਸਿਆਵਾਂ ਮੂੰਹ ਬੰਦ ਰੱਖਣ ਅਤੇ ਅੱਖਾਂ ਕੰਨ ਖੋਲ੍ਹ ਕੇ ਰੱਖਣ ਨਾਲ ਹੀ ਹੱਲ ਹੋ ਜਾਂਦੀਆਂ ਹਨ। ਇਮਾਨਦਾਰੀ ਦਾ ਲਾਭ ਹੁੰਦਾ ਹੈ, ਪਰ ਇਤਨਾ ਲਾਭ ਨਹੀਂ ਹੁੰਦਾ ਕਿ ਕੋਈ ਬੇਈਮਾਨੀ ਤਿਆਗ ਦੇਵੇ। ਹਸਪਤਾਲਾਂ ਦੀਆਂ ਕੰਧਾਂ ਨੇ ਗੁਰਦੁਆਰਿਆਂ ਅਤੇ ਮੰਦਰਾਂ ਨਾਲੋਂ ਵਧੇਰੇ ਸੁਹਿਰਦ ਅਰਦਾਸਾਂ ਸੁਣੀਆਂ ਹੁੰਦੀਆਂ ਹਨ। ਭਾਵੇਂ ਅਸੀਂ ਮਹਾਂਪੁਰਸ਼ਾਂ ਦੇ ਉਪਦੇਸ਼ ਨਾ ਵੀ ਮੰਨੀਏ, ਫਿਰ ਵੀ ਮਹਾਂਪੁਰਸ਼ਾਂ ਦਾ ਅਪਮਾਨ ਨਹੀਂ ਹੋਣਾ ਚਾਹੀਦਾ। ਸੁਖਾਵੇਂ ਸੰਬੰਧਾਂ ਦੌਰਾਨ ਖਾਣਾ ਵੀ ਖਾਧਾ ਜਾਂਦਾ ਹੈ, ਕਾਫੀ ਵੀ ਪੀਤੀ ਜਾਂਦੀ ਹੈ। ਜਦੋਂ ਸੰਬੰਧ ਠੰਡੇ ਹੋ ਜਾਣ ਤਾਂ ਖਾਣਾ ਗਾਇਬ ਅਤੇ ਕਾਫੀ ਠੰਡੀ ਹੋ ਜਾਂਦੀ ਹੈ।
ਕੋਈ ਕੰਮ, ਵਪਾਰ, ਸਮੱਸਿਆ ਜਾਂ ਕੋਰਸ ਜਿਹੜਾ ਸੌਖਾ ਲੱਗਦਾ ਹੈ ਉਹ ਅਕਸਰ ਮਹੱਤਵਪੂਰਨ ਨਹੀਂ ਹੁੰਦਾ। ਕਿਹੜਾ ਬਿਹਤਰ ਜੀਵਨ ਜੀਵੇਗਾ? ਜਿਸ ਕੋਲ ਗਿਆਨ ਵਧੇਰੇ ਹੋਵੇ, ਜਿਸ ਕੋਲ ਸਾਧਨ ਵਧੇਰੇ ਹੋਣ ਜਾਂ ਜਿਸ ਕੋਲ ਸੁਪਨੇ ਵਡੇਰੇ ਹੋਣ। ਜਿਹੜਾ ਸਾਡੇ ਨਾਲ ਕਦੇ ਹੋਇਆ ਹੋਵੇ, ਜਿਹੜਾ ਸਾਡੇ ਨਾਲ ਕਦੇ ਰੋਇਆ ਹੋਵੇ ਉਹ ਭੁੱਲਦਾ ਨਹੀਂ। ਕਈ ਆਗੂਆਂ ਵਿੱਚ ਆਪਣੇ ਵਿਰੋਧੀਆਂ ਨੂੰ ਇਕਮੁੱਠ ਕਰਨ ਦਾ ਗੁਣ ਹੁੰਦਾ ਹੈ। ਅਸਲੀ ਸੁੰਦਰ ਇਸਤਰੀ ਉਹ ਹੁੰਦੀ ਹੈ ਜਿਹੜੀ ਸਾਨੂੰ ਸੁੰਦਰਤਾ ਵੇਖਣ ਅਤੇ ਮੰਨਣ ਦੀ ਨਵੀਂ ਜਾਂਚ ਸਿਖਾ ਦੇਵੇ। ਹੱਸਣ ਨਾਲੋਂ ਰੋਣਾ ਵਧੇਰੇ ਡੂੰਘਾ ਅਤੇ ਉਚੇਰਾ ਅਨੁਭਵ ਹੁੰਦਾ ਹੈ। ਜਿਨ੍ਹਾਂ ਕਾਰਜਾਂ ਅਤੇ ਅਮਲਾਂ ਨੇ ਸਾਨੂੰ ਸਭ ਤੋਂ ਵੱਧ ਤਸੱਲੀ ਦਿੱਤੀ ਹੁੰਦੀ ਹੈ, ਉਹਨਾਂ ਨੂੰ ਅਸੀਂ ਆਪਣੇ ਅਸੂਲ ਬਣਾ ਲੈਂਦੇ ਹਾਂ। ਜਦੋਂ ਆਰਥਿਕ ਵਿਕਾਸ ਵਾਪਰਦਾ ਹੈ ਤਾਂ ਉਹ ਲੋਕ ਵੀ ਵੱਡੇ ਸਟੋਰਾਂ ਦੇ ਗਾਹਕ ਬਣ ਜਾਂਦੇ ਹਨ, ਜਿਨ੍ਹਾਂ ਨੇ ਕਦੇ ਦੁਕਾਨ ਨਹੀਂ ਵੇਖੀ ਹੁੰਦੀ, ਕੇਵਲ ਖੋਖੇ ਅਤੇ ਰੇਹੜੀਆਂ ਵੇਖੀਆਂ ਹੁੰਦੀਆਂ ਹਨ। ਮਹਾਨ ਲੇਖਕਾਂ ਦੀਆਂ ਰਚਨਾਵਾਂ ਸਾਹਮਣੇ ਸਧਾਰਨ ਰਚਨਾਵਾਂ ਉਬਾਸੀਆਂ ਲੈ ਰਹੀਆਂ ਪ੍ਰਤੀਤ ਹੁੰਦੀਆਂ ਹਨ। ਅਜੋਕੀ ਇਸਤਰੀ ਜਦੋਂ ਸ਼ਿੰਗਾਰ ਕਰਕੇ ਉੱਠਦੀ ਹੈ ਤਾਂ ਉਹ ਅਨੇਕਾਂ ਚੀਜ਼ਾਂ ਦੀ ਗੁਲਾਮ ਬਣ ਚੁੱਕੀ ਹੁੰਦੀ ਹੈ, ਉਸ ਦੀ ਆਜ਼ਾਦੀ ਮੁੱਕ ਚੁੱਕੀ ਹੁੰਦੀ ਹੈ। ਹਿੰਸਕ ਵਿਅਕਤੀ ਸੋਚ ਦੇ ਮੁੱਢਲੇ ਪੜਾਵਾਂ ਤੋਂ ਅੱਗੇ ਨਹੀਂ ਜਾਂਦਾ। ਜੇ ਉਹ ਸੋਚ ਦੇ ਰਾਹ ਪੈ ਜਾਵੇ ਤਾਂ ਉਹ ਹਿੰਸਾ ਨਹੀਂ ਕਰ ਸਕਦਾ। ਸਾਡੇ ਜਿਹੜੇ ਵਿਚਾਰ ਸ਼ੰਕਿਆਂ ਤੋਂ ਮੁਕਤ ਹੋ ਜਾਂਦੇ ਹਨ ਉਹ ਗਿਆਨ ਅਖਵਾਉਂਦੇ ਹਨ। ਇਹ ਹੁੰਦੇ ਵਿਚਾਰ ਹੀ ਹਨ, ਪਰ ਪ੍ਰਵਾਨ ਹੋਣ ਕਾਰਨ ਗਿਆਨ ਬਣ ਜਾਂਦੇ ਹਨ। ਹਿੰਸਾ ਹੁੰਦੀ ਕਮਜ਼ੋਰੀ ਹੈ, ਪਰ ਇਹ ਭਰਮ ਤਾਕਤ ਦਾ ਉਸਾਰਦੀ ਹੈ। ਇਸੇ ਲਈ ਇਸ ਵਿੱਚੋਂ ਪਛਤਾਵਾ ਉਪਜਦਾ ਹੈ। ਛਪ ਕੇ ਪੁਸਤਕ ਹਰ ਕਿਸੇ ਲਈ ਨਿਸ਼ਾਨਾ ਬਣ ਜਾਂਦੀ ਹੈ। ਪਾਠਕ, ਆਲੋਚਕ ਜਿੱਧਰੋਂ ਚਾਹੇ ਹਮਲਾ ਬੋਲ ਸਕਦਾ ਹੈ। ਜੇ ਅੰਦਰਲੀ ਸ਼ਕਤੀ ਨਾਲ ਪੁਸਤਕ ਸਥਿਰ ਰਹੇ ਤਾਂ ਪਾਠਕ ਅਤੇ ਆਲੋਚਕ ਹਿਲ ਜੁਲ ਕੇ ਸ਼ਾਂਤ ਹੋ ਜਾਂਦੇ ਹਨ ਅਤੇ ਪੁਸਤਕ ਦੇ ਪੱਖ ਵਿੱਚ ਖਲੋ ਜਾਂਦੇ ਹਨ। ਵਿਰੋਧ ਇਸ ਲਈ ਵੱਧ ਰਹੇ ਹਨ ਕਿਉਂਕਿ ਵਿਰੋਧ ਨੂੰ ਗੈਰਤ ਅਤੇ ਮਰਦਾਨਗੀ ਦੀ ਦਲੀਲ ਮੰਨਿਆ ਜਾਣ ਲੱਗ ਪਿਆ ਹੈ ਅਤੇ ਸਹਿਯੋਗ ਅਤੇ ਸਮਝੌਤੇ ਨੂੰ ਨਿਪੁੰਸਕਤਾ ਅਤੇ ਕਮਜ਼ੋਰੀ ਦੀਆਂ ਨਿਸ਼ਾਨੀਆਂ ਕਿਹਾ ਜਾਣ ਲੱਗ ਪਿਆ ਹੈ। ਪੁਰਾਤਨ ਰੋਮ ਵਿੱਚ ਕੰਮ ਗੁਲਾਮਾਂ ਲਈ ਹੁੰਦਾ ਸੀ। ਰੋਮਨਾਂ ਲਈ ਜੰਗ ਅਤੇ ਜੰਗ ਦਾ ਅਭਿਆਸ ਕਰਨਾ ਸਤਿਕਾਰਯੋਗ ਕਾਰਜ ਸਨ। ਪੌਦੇ ਨੂੰ ਕਿਸੇ ਹੱਦ ਤੱਕ ਮੁਰਝਾਉਣ ਤੋਂ ਪਹਿਲਾਂ ਪਾਣੀ ਦੇਣਾ ਹੁੰਦਾ ਹੈ। ਬਾਅਦ ਵਿੱਚ ਪੌਦੇ ਨੂੰ ਭਾਵੇਂ ਪਾਣੀ ਨਾਲ ਨੁਹਾਈ ਜਾਓ, ਕੋਈ ਲਾਭ ਨਹੀਂ ਹੁੰਦਾ। ਇਹ ਨੇਮ ਜ਼ਿੰਦਗੀ ਦੇ ਅਨੇਕਾਂ ਵਰਤਾਰਿਆਂ ਤੇ ਵੀ ਲਾਗੂ ਹੁੰਦਾ ਹੈ। ਆਟਿਸਟਿਕ ਬੱਚੇ ਲਈ ਛੋਟਾ ਕੁੱਤਾ ਪਾਲੋ, ਉਸ ਬੱਚੇ ਵਿੱਚ ਵਿਕਾਸ ਵਾਪਰੇਗਾ। ਬਾਹਰਲੇ ਸੰਸਾਰ ਨੂੰ ਬਦਲਣ ਲਈ ਆਰੰਭ ਅੰਦਰਲੇ ਸੰਸਾਰ ਤੋਂ ਕਰਨਾ ਪਏਗਾ। ਕਾਰਨ ਬਦਲ ਦਿਓ, ਕਾਰਜ ਬਦਲ ਜਾਵੇਗਾ। ਖੇਤ ਵਿੱਚ ਨੱਕਾ ਬਦਲ ਦਿਓ, ਪਾਣੀ ਦਾ ਵਹਾਅ ਨਵੇਂ ਪਾਸੇ ਹੋ ਜਾਵੇਗਾ। ਹਰੇਕ ਮਨੁੱਖ ਸਿਹਤ, ਪ੍ਰਸੰਨਤਾ, ਸੁਰੱਖਿਆ ਅਤੇ ਮਨ ਦੀ ਸ਼ਾਂਤੀ ਚਾਹੁੰਦਾ ਹੈ। ਵਾਸਤਵ ਵਿੱਚ ਇਹ ਸਾਡੀਆਂ ਇੱਛਾਵਾਂ ਦੇ ਨਾਂ ਹਨ। ਇਹਨਾਂ ਨੂੰ ਸਾਡੇ ਲਈ ਸੰਭਵ ਬਣਾਉਣ ਦੀ ਜ਼ਿੰਮੇਵਾਰੀ ਕੋਈ ਨਹੀਂ ਲੈਂਦਾ। ਅਸੀਂ ਆਪ ਵੀ ਨਹੀਂ ਲੈਂਦੇ। ਸੰਸਾਰ ਦੇ ਬਹੁਤੇ ਲੋਕ ਦਿਸਦੇ ਨਾਲ ਸੰਬੰਧਿਤ ਹੁੰਦੇ ਹਨ। ਬਹੁਤ ਘੱਟ ਹੁੰਦੇ ਹਨ ਜਿਹੜੇ ਦਿਸਦੇ ਤੋਂ ਪਰੇ ਅਦਿੱਖ ਨੂੰ ਵੇਖਦੇ ਹਨ ਅਤੇ ਕਹੇ ਤੋਂ ਪਰੇ ਅਣਕਹੇ ਨੂੰ ਸੁਣਦੇ ਹਨ। ਨਿਸ਼ਚਾ ਕਰਕੇ ਸੋਵੋ, ਸਵੇਰੇ 5 ਵਜੇ ਜਾਗਣਾ ਹੈ। ਅਵਚੇਤਨ ਜਗਾ ਦੇਵੇਗਾ। ਕੁੰਜੀ ਨਹੀਂ ਲੱਭ ਰਹੀ, ਅਵਚੇਤਨ ਅਚਾਨਕ ਥਾਂ ਬਾਰੇ ਦੱਸ ਦੇਵੇਗਾ। ਕੋਈ ਸਮੱਸਿਆ ਹੱਲ ਨਹੀਂ ਹੋ ਰਹੀ, ਅਵਚੇਤਨ ਹੱਲ ਸੁਝਾ ਦੇਵੇਗਾ। ਅਵਚੇਤਨ ਹੀ ਸਾਡੇ ਸੁਚੇਤ ਮਨ ਨੂੰ ਰਾਹ ਵਿਖਾਉਂਦਾ ਹੈ। ਜਦੋਂ ਅਸੀਂ ਕੋਈ ਪਹਾੜ, ਇਮਾਰਤ, ਘਟਨਾ, ਵਿਅਕਤੀ ਜਾਂ ਦ੍ਰਿਸ਼ ਵੇਖਦੇ ਹਾਂ ਤਾਂ ਸਾਡਾ ਅਚੇਤ ਮਨ ਉਸ ਦੇ ਪ੍ਰਭਾਵ ਅਤੇ ਉਸ ਦੀ ਛਾਪ ਨੂੰ ਸਾਂਭ ਲੈਂਦਾ ਹੈ। ਅਚੇਤ ਮਨ ਦੀ ਸ਼ਕਤੀ ਨਾਲ ਹੀ ਵਿਗਿਆਨੀ ਨਵੀਆਂ ਕਾਢਾਂ ਕੱਢਦੇ ਅਤੇ ਫਿਲਾਸਫਰ ਨਵੇਂ ਵਿਚਾਰ ਸਿਰਜਦੇ ਹਨ। ਸਰੀਰਕ ਪੱਖੋਂ ਕਮਜ਼ੋਰ ਵੀ ਜੇ ਉਦੇਸ਼ ਮਿੱਥ ਲੈਣ ਅਤੇ ਯਤਨ ਜਾਰੀ ਰੱਖਣ ਤਾਂ ਅਵਚੇਤਨ ਦੀ ਸ਼ਕਤੀ ਨਾਲ ਉਹ ਵੱਡੀਆਂ ਪ੍ਰਾਪਤੀਆਂ ਕਰ ਵਿਖਾਉਂਦੇ ਹਨ।
ਜੇਕਰ ਸਰੀਰ, ਮਨ ਅਤੇ ਬੁੱਧੀ ਨੂੰ ਅਨੁਭਵਾਂ, ਕਾਰਜਾਂ ਅਤੇ ਸੋਚਾਂ ਦੀ ਵੰਨ ਸੁਵੰਨਤਾ ਪ੍ਰਦਾਨ ਨਾ ਕੀਤੀ ਜਾਵੇ ਤਾਂ ਸਰੀਰ, ਮਨ ਅਤੇ ਬੁੱਧੀ ਜਵਾਨੀ ਵਿੱਚ ਹੀ ਥਕਾਵਟ, ਅਕੇਮਾ ਅਤੇ ਉਦਾਸੀ ਮਹਿਸੂਸ ਕਰਨ ਲੱਗ ਪੈਂਦੇ ਹਨ। ਜੇ ਮਨ ਸ਼ਾਂਤ ਨਹੀਂ ਤਾਂ ਕਿਸੇ ਸੁੱਖ ਸਫਲਤਾ ਦਾ ਅਹਿਸਾਸ ਨਹੀਂ ਹੋਵੇਗਾ। ਜ਼ਿੰਦਗੀ ਵਿੱਚ ਪਿਆਰ ਵਿੱਚ, ਵਪਾਰ ਵਿੱਚ, ਰਾਜਨੀਤੀ ਅਤੇ ਰਿਸ਼ਤੇ ਵਿੱਚ ਇੱਕ ਮੋੜ ਆਉਂਦਾ ਹੈ ਜਿੱਥੋਂ ਵਾਪਸ ਮੁੜਨਾ ਸੰਭਵ ਨਹੀਂ ਹੁੰਦਾ। ਦਿਲ ਪਿਆਰ ਕਰਨਾ ਹੀ ਜਾਣਦਾ ਹੈ। ਦਿਲ ਦੇ ਅਰਥ ਹੀ ਪਿਆਰ ਦੇ ਹਨ। ਕਿਸੇ ਨੂੰ ਦਿਲ ਨਾਲ ਨਫ਼ਰਤ ਨਹੀਂ ਕੀਤੀ ਜਾ ਸਕਦੀ। ਜੇ ਸਰੀਰ ਨਾ ਵਰਤਿਆ ਜਾਵੇ ਤਾਂ ਦਿਮਾਗ ਵੀ ਵਰਤੋਂ ਦੇ ਯੋਗ ਨਹੀਂ ਰਹਿੰਦਾ। ਅਵਚੇਤਨ ਸਿਆਣਪ ਦਾ ਭੰਡਾਰ ਹੁੰਦਾ ਹੈ। ਇਹ ਬਹਿਸ ਨਹੀਂ ਕਰਦਾ, ਇਹ ਮੁਸ਼ਕਲਾਂ ਨਹੀਂ ਸਿਰਜਦਾ, ਕਿਉਂਕਿ ਇਸ ਕੋਲ ਮਨੁੱਖ ਜਾਤੀ ਦੀਆਂ ਸਾਰੀਆਂ ਮੁਸ਼ਕਲਾਂ ਦੇ ਵੇਰਵੇ ਅਤੇ ਹੱਲ ਹਨ। ਸਾਰੇ ਪ੍ਰਸ਼ਨਾਂ ਦੇ ਉੱਤਰ ਹਨ। ਸਾਰੇ ਅਨੁਭਵਾਂ ਲਈ ਥਾਂ ਹੈ। ਅੰਧ ਵਿਸ਼ਵਾਸ ਬੜਾ ਸ਼ਕਤੀਸ਼ਾਲੀ ਹੁੰਦਾ ਹੈ। ਸ਼ਕਤੀ ਅੰਧ ਵਿਸ਼ਵਾਸ ਵਿੱਚ ਨਹੀਂ ਹੁੰਦੀ। ਸ਼ਕਤੀ ਅੰਧ ਵਿਸ਼ਵਾਸ ਵਿਚਲੇ ਵਿਸ਼ਵਾਸ ਵਿੱਚ ਹੁੰਦੀ ਹੈ। ਵਿਆਹ ਵਿੱਚ ਪ੍ਰਸੰਨਤਾ ਦੀ ਕੋਈ ਗਰੰਟੀ ਨਹੀਂ ਹੁੰਦੀ। ਇਹ ਦੋਹਾਂ ਦੇ ਸਾਂਝੇ ਯੋਗਦਾਨ ਨਾਲ ਉਪਜਦੀ ਹੈ। ਚੀਜ਼ਾਂ ਦਾ ਹੀ ਨਹੀਂ, ਯਾਦਾਂ ਦਾ ਵੀ ਵੱਖਰਾ ਵੱਖਰਾ ਸਵਾਦ ਹੁੰਦਾ ਹੈ। ਕਈ ਯਾਦਾਂ ਮਿੱਠੀਆਂ ਹੁੰਦੀਆਂ ਹਨ, ਕੁਝ ਕੌੜੀਆਂ, ਕੁਝ ਖੱਟੀਆਂ ਮਿੱਠੀਆਂ, ਕੁਝ ਫਿੱਕੀਆਂ ਅਤੇ ਕੁਝ ਬਹੁਤ ਫਿੱਕੀਆਂ ਅਤੇ ਕੁਝ ਬਕਬਕੀਆਂ ਵੀ ਹੁੰਦੀਆਂ ਹਨ। ਕਈਆਂ ਦੇ ਸਰੀਰ ਅਤੇ ਮਨ ਦੀ ਉਮਰ ਵੱਖਰੀ ਵੱਖਰੀ ਹੁੰਦੀ ਹੈ। ਸਰੀਰ 21ਵੀਂ ਸਦੀ ਵਿੱਚ ਹੁੰਦਾ ਹੈ ਅਤੇ ਮਨ 16ਵੀਂ ਸਦੀ ਵਿੱਚ। ਜਿਹੜੀ ਇਸਤਰੀ ਕਹਿੰਦੀ ਹੈ ਕਿ ਮੈਂ ਪਤੀ ਨੂੰ ਆਪਣੇ ਚਾਹੇ ਅਨੁਸਾਰ ਬਦਲ ਦਿਆਂਗੀ, ਉਹ ਤਲਾਕ ਵਾਸਤੇ ਅਦਾਲਤ ਦੀ ਕੁੰਡੀ ਖੜਕਾ ਰਹੀ ਹੁੰਦੀ ਹੈ। ਅਠਾਰਾਂ ਸਾਲ ਦੀ ਉਮਰ ਤੱਕ ਸਾਡੀਆਂ ਆਦਤਾਂ ਪੱਕੀਆਂ ਹੋ ਚੁੱਕੀਆਂ ਹੁੰਦੀਆਂ ਹਨ। ਇਸ ਉਪਰੰਤ ਕਿਸੇ ਦਾ ਕਿਸੇ ਨੂੰ ਬਦਲਣਾ ਸੰਭਵ ਨਹੀਂ ਹੁੰਦਾ, ਪਰ ਉਸ ਨਾਲ ਤਾਲਮੇਲ ਉਸਾਰਨਾ ਸੰਭਵ ਹੁੰਦਾ ਹੈ। ਵਿਰੋਧੀ ਸੋਚਾਂ, ਈਰਖਾ, ਸਾੜੇ ਅਤੇ ਨਿੰਦਾ ਨਾਲ ਸਾਡੇ ਬਿਮਾਰ ਪੈਣ ਦੀਆਂ ਸੰਭਾਵਨਾਵਾਂ ਵੱਧ ਜਾਂਦੀਆਂ ਹਨ। ਜਦੋਂ ਸਾਨੂੰ ਕੋਈ ਸਥਿਤੀ ਪੂਰੀ ਤਰ੍ਹਾਂ ਸਮਝ ਆ ਜਾਂਦੀ ਹੈ ਤਾਂ ਮੁਆਫ਼ੀ ਮੰਗਣ ਅਤੇ ਮੁਆਫ਼ ਕਰਨ ਦੀ ਭਾਵਨਾ ਆਪ ਮੁਹਾਰੇ ਉਪਜਦੀ ਹੈ। ਕਈ ਵਾਰੀ ਤਲਾਕ ਹੋ ਜਾਂਦਾ ਹੈ, ਪਰ ਮਗਰੋਂ ਸਮਝ ਆਉਂਦੀ ਹੈ ਕਿ ਅਸੀਂ ਦੋਵੇਂ ਗਲਤ ਸਾਂ। ਜੇ ਚਾਹੁੰਦੇ ਤਾਂ ਵਿਆਹ ਬਚਾਇਆ ਜਾ ਸਕਦਾ ਸੀ। ਭਾਵੇਂ ਅਸੀਂ ਸਾਈਕਲ ਜਾਂ ਕਾਰ ਚਲਾਉਣੀ, ਤੈਰਨਾ, ਨੱਚਣਾ ਆਦਿ ਸੁਚੇਤ ਰੂਪ ਵਿੱਚ ਸਿੱਖਦੇ ਹਾਂ, ਪਰ ਜਦੋਂ ਇਹ ਸਿਖਲਾਈ ਸਾਡੇ ਅਵਚੇਤਨ ਦਾ ਭਾਗ ਬਣ ਜਾਂਦੀ ਹੈ ਤਾਂ ਅਸੀਂ ਇਹ ਸਭ ਕੁਝ ਆਪ ਮੁਹਾਰੇ ਕਰਨ ਲੱਗ ਪੈਂਦੇ ਹਾਂ, ਕਿਉਂਕਿ ਸਾਡਾ ਅਵਚੇਤਨ ਸਾਨੂੰ ਚਲਾਉਣ ਲੱਗ ਪੈਂਦਾ ਹੈ। ਬੁਢਾਪਾ ਹੋਰ ਪਰਿਵਰਤਨਾਂ ਵਾਂਗ ਹੀ ਪਰਿਵਰਤਨ ਦਾ ਇੱਕ ਰੂਪ ਹੈ, ਜਿਸ ਵਿੱਚ ਸਮੱਸਿਆਵਾਂ ਹੱਲ ਕਰਨ ਦੀ ਥਾਂ ਬਰਦਾਸ਼ਤ ਕਰਨ ਦੀ ਆਦਤ ਅਪਣਾਈ ਜਾਂਦੀ ਹੈ। ਮਾਵਾਂ ਨੂੰ ਕੋਈ ਨਾ ਕੋਈ ਡਰ ਘੇਰੀ ਰੱਖਦਾ ਹੈ। ਬੱਚੇ ਨੂੰ ਕੋਈ ਚੁੱਕ ਕੇ ਲੈ ਜਾਵੇਗਾ, ਕਿਸੇ ਖੱਡ ਵਿੱਚ ਡਿੱਗ ਪਏਗਾ, ਇਸ ਨੂੰ ਕੁਝ ਹੋ ਜਾਵੇਗਾ। ਇਹ ਸਾਰੇ ਡਰ ਬੱਚੇ ਨੂੰ ਪਾਲਣ ਦੇ ਵੱਖ-ਵੱਖ ਪੱਖ ਹਨ। ਸੰਤਾਨ ਸੰਬੰਧੀ ਚਿੰਤਾ ਕਰਨੀ ਮਾਂ ਦੇ ਕਾਰਜਾਂ ਵਿੱਚੋਂ ਇੱਕ ਵੱਡਾ ਕਾਰਜ ਹੁੰਦੀ ਹੈ। ਕਹਾਣੀ ਰੂਪ ਵਿੱਚ ਕਹੀਆਂ ਗੱਲਾਂ ਸੁਣਾਉਣ ਵਾਲੇ ਅਤੇ ਸੁਣਨ ਵਾਲੇ ਦੋਹਾਂ ਦਾ ਤਣਾਅ ਦੂਰ ਕਰਦੀਆਂ ਹਨ। ਚੰਗਾ ਨਾਵਲ ਪਾਤਰਾਂ ਦੇ ਅੰਦਰ ਬਾਹਰ ਨੂੰ ਅਤੇ ਘਟਨਾਵਾਂ ਦੀ ਬੁਣਤੀ ਨੂੰ ਪ੍ਰਗਟਾਉਂਦਾ ਹੈ। ਭੈੜਾ ਨਾਵਲ ਲੇਖਕ ਦੇ ਚਰਿੱਤਰਾਂ ਨੂੰ ਹੀ ਉਘਾੜਦਾ ਹੈ। ਭੋਲੇਪਨ ਵਿੱਚ ਜੀਵਨ ਦੀ ਸੁੰਦਰ ਅਤੇ ਸੁੱਚੀ ਸ਼ਕਤੀ ਹੁੰਦੀ ਹੈ। ਇਹ ਸ਼ਕਤੀ ਹੁਣ ਕਿਸੇ ਕਿਸੇ ਵਿੱਚ ਰਹਿ ਗਈ ਹੈ। ਜਿਸ ਵਿਸ਼ੇ ਬਾਰੇ ਮੌਲਿਕ ਢੰਗ ਨਾਲ ਲਿਖਿਆ ਜਾਂਦਾ ਹੈ, ਉਹ ਪਹਿਲਾਂ ਜੀਵਿਆ ਵੀ ਜਾਂਦਾ ਹੈ। ਲਿਖਿਆ ਗਿਆ ਖੁਦ ਲੇਖਕ ਉੱਤੇ ਬਹੁਤ ਅਸਰ ਪਾਉਂਦਾ ਹੈ। ਕੋਈ ਭਾਸ਼ਾ ਜਿਤਨੀ ਪਛੜ ਕੇ ਸਿੱਖੀ ਜਾਵੇਗੀ, ਉਸ ਵਿੱਚ ਉਤਨੀਆਂ ਹੀ ਵਧੇਰੇ ਗਲਤੀਆਂ ਹੋਣਗੀਆਂ। ਉਮਰ ਦੇ ਵਧਣ ਨਾਲ ਕੁਝ ਨਵਾਂ ਸਿੱਖਣ ਅਤੇ ਅਪਣਾਉਣ ਦੀ ਯੋਗਤਾ ਘਟਦੀ ਜਾਂਦੀ ਹੈ। ਯੂਰਪ ਵਿੱਚ ਰਾਤ ਮਹੱਤਵਪੂਰਨ ਹੁੰਦੀ ਹੈ। ਏਸ਼ੀਆ ਵਿੱਚ ਸਵੇਰ ਦਾ ਜੀਵਨ ਵਧੇਰੇ ਮਹੱਤਵ ਵਾਲਾ ਹੁੰਦਾ ਹੈ। ਏਸ਼ੀਆ ਵਿੱਚ ਸਵੇਰ ਜਲਦੀ ਹੋ ਜਾਂਦੀ ਹੈ ਅਤੇ ਕੁਝ ਮਿੰਟਾਂ ਵਿੱਚ ਹੀ ਸਭ ਕੁਝ ਅਤੇ ਸਾਰੇ ਜਾਗ ਪੈਂਦੇ ਹਨ। ਪਰ ਯੂਰਪ ਦੇ ਮੁਕਾਬਲੇ ਏਸ਼ੀਆ ਦੇ ਲੋਕ ਭਾਵੇਂ ਉੱਠਦੇ ਜਲਦੀ ਹਨ, ਪਰ ਜਾਗਦੇ ਦੇਰ ਨਾਲ ਹਨ।
ਸੂਰਜ ਚੜ੍ਹਨ ਤੋਂ ਪਹਿਲਾਂ ਜਾਗਣ ਵਾਲਿਆਂ ਨੂੰ ਸੂਰਜ ਅਸੀਸ ਦਿੰਦਾ ਹੈ। ਹਰ ਸ਼ਬਦ ਦੇ ਦੋ ਮੁੱਖ ਅਰਥ ਹੁੰਦੇ ਹਨ, ਨਿਰੋਲ ਅਰਥ ਅਤੇ ਪ੍ਰਸੰਗਕ ਅਰਥ। ਸ਼ਬਦਾਂ ਦੇ ਆਪਣੇ ਆਪ ਵਿੱਚ ਕੋਈ ਵਿਸ਼ੇਸ਼ ਅਰਥ ਨਹੀਂ ਹੁੰਦੇ, ਪ੍ਰਸੰਗ ਹੀ ਸ਼ਬਦਾਂ ਨੂੰ ਅਰਥ ਪ੍ਰਦਾਨ ਕਰਦੇ ਹਨ। ਸ਼ਬਦ ਦੇ ਅਰਥ ਪ੍ਰਸੰਗ ਬਦਲਣ ਨਾਲ ਬਦਲ ਜਾਂਦੇ ਹਨ। ਕਈ ਵਾਰੀ ਵੱਡੇ ਅਹੁਦੇ ਤੇ ਲੱਗਿਆ ਪਤੀ ਹੁੰਦਾ ਹੈ, ਆਕੜ ਪਤਨੀ ਵਿੱਚ ਹੁੰਦੀ ਹੈ। ਕਿਹਾ ਜਾਂਦਾ ਹੈ, ਸੰਸਕਾਰ ਬਦਲਦੇ ਨਹੀਂ ਪਰ ਬਦਲਦਾ ਸਭ ਕੁਝ ਹੈ। ਸੰਸਕਾਰ ਇਤਨੇ ਹੌਲੀ-ਹੌਲੀ ਬਦਲਦੇ ਹਨ ਕਿ ਇਹਨਾਂ ਦੇ ਬਦਲਣ ਦੀ ਸੋਝੀ ਨਹੀਂ ਹੁੰਦੀ। ਇਹ ਨਾ ਕੇਵਲ ਬਦਲਦੇ ਹਨ, ਸਗੋਂ ਲੋਪ ਵੀ ਹੋ ਜਾਂਦੇ ਹਨ। ਆਲਸੀਆਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਸਵੇਰੇ ਵੀ 5-6 ਵੱਜਦੇ ਹਨ। ਹਰ ਵਿਕਾਸ ਨਾਲ ਨਾ ਬਰਾਬਰੀ ਵੱਧਦੀ ਹੈ, ਨਵੇਂ ਵਰਗ ਉਪਜਦੇ ਹਨ ਅਤੇ ਜੀਵਨ ਵਧੇਰੇ ਗੁੰਝਲਦਾਰ ਹੁੰਦਾ ਜਾਂਦਾ ਹੈ। ਨਾਸਤਿਕ ਬੌਧਿਕ ਪੱਧਰ ਤੇ ਪਰਮਾਤਮਾ ਤੋਂ ਮੁਕਤ ਹੋ ਕੇ ਵੀ ਭਾਵਕ ਪੱਧਰ ਤੇ ਪਰਮਾਤਮਾ ਨਾਲ ਜੁੜਿਆ ਰਹਿੰਦਾ ਹੈ। ਲੁੱਟ ਖਸੁੱਟ ਦੇ ਮਾਰੇ ਲੋਕਾਂ ਨੇ ਧਰਵਾਸ ਲਈ ਸਦਾ ਹੀ ਉਜਲੇ ਭਵਿੱਖ ਦੇ ਸੁਪਨੇ ਲਏ ਹਨ। ਇਹੋ ਸੁਪਨੇ ਉਹਨਾਂ ਦੀ ਕਲਪਨਾ, ਗੀਤਾਂ ਅਤੇ ਕਹਾਣੀਆਂ ਵਿੱਚ ਵੱਖ-ਵੱਖ ਰੂਪ ਧਾਰ ਕੇ ਪ੍ਰਗਟ ਹੁੰਦੇ ਹਨ। ਜੇ ਕਿਸੇ ਨੂੰ ਸ਼ੱਕ ਹੋਵੇ ਕਿ ਤੁਸੀਂ ਉਸ ਨੂੰ ਪਸੰਦ ਨਹੀਂ ਕਰਦੇ, ਤਾਂ ਅਸਲੀਅਤ ਵੀ ਇਹੀ ਹੋਵੇਗੀ ਕਿ ਤੁਸੀਂ ਉਸ ਨੂੰ ਪਸੰਦ ਨਹੀਂ ਕਰਦੇ। ਅਸਲੀਅਤ ਤੋਂ ਬਿਨਾਂ ਅਕਸਰ ਕੋਈ ਸ਼ੱਕ ਨਹੀਂ ਉਪਜਦਾ। ਇਸਤਰੀਆਂ ਆਪਣੀਆਂ ਅੰਤਰੀ ਭਾਵਨਾਵਾਂ ਲੋਕ ਗੀਤਾਂ, ਲੋਕ ਬੋਲੀਆਂ ਵਿੱਚ ਪ੍ਰਗਟਾਉਂਦੀਆਂ ਹਨ, ਜਿਵੇਂ ਕਲਯੁਗ ਦੀ ਜੰਮੀ ਭਰਜਾਈ, ਵੀਰ ਮੇਰਾ ਸਤ ਚੁਗੀਆ, ਸੱਸ ਕਿਸ ਪਾਪੀ ਬਣਾਈਆਂ, ਸਾਡੇ ਮਗਰ ਚੁੜੇਲਾਂ ਲਾਈਆਂ, ਜਾਂ ਸੱਸ ਚੰਗੀ ਹੋਵੇ ਜਾਂ ਫੋਟੋ ਟੰਗੀ ਹੋਵੇ। ਮਨੁੱਖੀ ਸੋਚ ਦਾ ਵਿਕਾਸ ਪਹਿਲਾਂ ਸਵੈ ਰੱਖਿਆ, ਮਗਰੋਂ ਵਪਾਰ ਅਤੇ ਅੱਜ-ਕੱਲ੍ਹ ਸਵੈ ਪ੍ਰਗਟਾਵੇ ਦੇ ਸੰਦਰਭ ਵਿੱਚ ਹੋਇਆ ਹੈ। ਕਬੀਲਿਆਂ ਵਿੱਚ ਨਿੱਜੀ ਪੂੰਜੀ ਪਸ਼ੂ ਧਨ ਹੁੰਦੀ ਹੈ, ਕਿਰਸਾਨੀ ਵਿੱਚ ਇਹ ਜ਼ਮੀਨ ਅਤੇ ਪੈਦਾਵਾਰ ਬਣ ਜਾਂਦੀ ਹੈ, ਪੂੰਜੀਵਾਦ ਵਿੱਚ ਮਸ਼ੀਨਾਂ, ਫੈਕਟਰੀਆਂ ਅਤੇ ਕੰਪਨੀਆਂ ਹੋ ਨਿਬੜਦੀ ਹੈ। ਜੇ ਮਹਿੰਗੇ ਸੈਰ ਸਪਾਟੇ ਲਈ ਪੂੰਜੀ ਨਹੀਂ ਤਾਂ ਪੁਸਤਕਾਂ ਪੜ੍ਹੋ। ਨਵੀਆਂ ਧਰਤੀਆਂ, ਨਵੇਂ ਪਰਿਵਾਰਾਂ, ਨਵੇਂ ਵਿਅਕਤੀਆਂ, ਨਵੀਆਂ ਸਥਿਤੀਆਂ ਨਾਲ ਵਾਹ ਪਏਗਾ, ਯਾਤਰਾ ਵਾਲਾ ਹੀ ਆਨੰਦ ਆਵੇਗਾ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ। ਤੁਹਾਡਾ ਦਿਨ ਸ਼ੁਭ ਰਹੇ।